बाहर ओदक पखारिय घट भीतर विविध विकार। बाहर से अगर तुम शरीर को धोओगे कर्म कांड से, जैसे बोलते तीर्थों में स्नान करना, दो समय नहाना, उसके बाद संध्या करनी, यज्ञ करने में भी बार बार नहाते हैं। योग में बोलते हैं 8 तरह के साधन है मन को वश करने के। उसमें एक निग्रह भी है। अच्छा निग्रह मीन्स मन जिस जिस विषय में जाए उसको वापस लेके आना। जी। सतयुग में सत्य का पालन करना, त्रेता में यज्ञ करना, द्वापर में पूजा करना अपने इष्ट की, और कलयुग में तो तुम बोल रहे हो कि नाम जपने से पार हो जाता है। पर मुझे कोई ये समझा के कहे इस बात को कि पार कैसे पाए बोरे। उनको ये नहीं पता है कि किस कर्म से, कवन कर्म से, कौन सा कर्म करने से मुक्ति मिलती है, आवागमन से छूटा जाता है। कौन सा ऐसा कर्म है जिसके साधने से सब सिद्ध हो जाएगा। वाहिगुरु जी का खालसा, वाहिगुरु जी की ਵਾਹਿਗੁਰੂ ਜੀ फतेह। ਕੀ ਫਤਿਹ। ਹੁਣ ਆਪਣਾ ਅਮਰ ਆਨੰਦ ਵਿੱਚ ਸਾਰੇ ਜੁੜੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ, ਤੇ ਜਿਹੜੇ ਸਾਨੂੰ YouTube ਤੇ ਵੇਖਣਗੇ ਸੁਣਨਗੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਜੀ। ਤੇ ਜਿਸ ਤਰ੍ਹਾਂ ਕਿ ਅਸੀਂ ਰੋਜ਼ ਸਵੇਰੇ 8:30 ਵਜੇ ਇੱਕ ਸ਼ਬਦ ਲੈਂਦੇ ਹਾਂ, ਜਿਸ ਸ਼ਬਦ ਦੀ ਵਿੱਚ ਅਸੀਂ ਕੁਝ ਵਿਆਖਿਆ ਆਪੇ ਕਰਦੇ ਹਾਂ। ਸਾਡੇ ਕੋਲ ਕੋਈ ਕਥਾਵਾਚਕ ਨਹੀਂ ਹੁੰਦੇ। ਅਸੀਂ ਜਿੰਨੀ ਵੀ ਸੰਗਤ ਜੁੜੇ ਹੋਏ ਹੁੰਦੇ ਹਾਂ, ਅਸੀਂ ਸਾਰੇ ਜਾਣੇ ਰਲ ਮਿਲ ਕੇ ਉਸ ਸ਼ਬਦ ਦੀ ਵਿਚਾਰ, ਸਾਰੀ ਵਿਆਖਿਆ ਸਮਝਦੇ ਹਾਂ, ਤਾਂ ਜੋ ਉਹ ਪਰਮਾਤਮਾ ਇੱਕ, ਉਹ ਅਕਾਲ ਪੁਰਖ ਇੱਕ, ਉਹਦੀ ਬਾਣੀ ਇੱਕ, ਤੇ ਉਹਦੇ ਅਰਥਾਂ ਵਿੱਚ ਵੀ ਅਸੀਂ ਇੱਕਮਤ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਗੁਰਮਤ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਐਵਰੀਡੇ। ਤੇ ਸਕਰੀਨ ਤੇ ਜਿਹੜਾ ਤੁਸੀਂ ਸ਼ਬਦ ਦੇਖ ਰਹੇ ਹੋ, ਉਸ ਸ਼ਬਦ ਦੇ ਵਿੱਚ ਤੁਹਾਨੂੰ ਯੈਲੋ ਕਲਰ ਨਾਲ ਵਿੱਚ ਵਾਈਟ ਛੱਡੀ ਹੋਈ ਜਗ੍ਹਾ ਦਿਸ ਰਹੀ ਹੋਏਗੀ। ਉਹਦਾ ਅਰਥ ਇਹ ਹੈ ਕਿ ਅਸੀਂ ਸ਼ਬਦ ਦੇ ਉਚਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬਾਣੀ ਤੇ ਸਾਰੀ ਰਾਗਾਂ ਵਿੱਚ ਹੈ, ਔਰ ਰਾਗ ਵਿੱਚ ਹਰ ਵੇਲੇ ਤੇ ਅਸੀਂ ਨਹੀਂ ਗਾਉਂਦੇ, ਤੇ ਸਾਨੂੰ ਉਸ ਦਾ ਉਚਾਰਨ ਸਮਝਣਾ ਪਏਗਾ ਕਿ ਬਾਣੀ 'ਚ ਉਹ ਕੀ ਕਹਿਣਾ ਚਾਹ ਰਹੇ ਨੇ। ਤੇ ਜਦੋਂ ਅਸੀਂ ਇਸ ਤਰ੍ਹਾਂ ਯੈਲੋ ਜਿਵੇਂ ਅਸੀਂ ਲਗਾਇਆ, ਇਸ ਤਰ੍ਹਾਂ ਵਰਡਸ ਨੂੰ ਜੋੜ ਕੇ ਪੜ੍ਹਦੇ ਹਾਂ ਵਿੱਚ ਪੌਜ਼ ਦੇ ਕੇ, ਤੇ ਸਾਨੂੰ ਉਹਨਾਂ ਦੇ ਅਰਥ ਜ਼ਿਆਦਾ ਬਿਹਤਰ ਸਮਝ ਆਉਂਦੇ ਨੇ। ਔਰ ਇਹ ਪੌਜ਼ ਜਿਹੜੇ ਅਸੀਂ ਲਗਾਏ ਨੇ, ਇਹ ਕੋਈ ਲਾਸਟ ਨਹੀਂ ਨੇ। ਅਗਰ ਇਹਨਾਂ ਵਿੱਚ ਕਿਸੇ ਨੂੰ ਕੋਈ ਡਿਫਰੈਂਸ ਲੱਗੇ ਕਿ ਕਿਤੇ ਗਲਤ ਲੱਗਾ ਹੋਇਆ ਹੈ ਜਾਂ ਇਸ ਸ਼ਬਦ ਨਾਲ ਨਹੀਂ ਇੱਥੇ ਲੱਗਣਾ ਚਾਹੀਦਾ ਹੈ, ਤੇ ਉਹ ਤੁਸੀਂ ਸਾਨੂੰ ਕਰੈਕਟ ਕਰਵਾ ਸਕਦੇ ਹੋ। ਜੁੜੇ ਸੱਜਣ ਹੁਣੇ ਇਸੇ ਵੇਲੇ ਕਰੈਕਟ ਕਰਾ ਸਕਦੇ ਨੇ ਚੱਲਦੀ ਮੀਟਿੰਗ ਦੇ ਵਿੱਚ, ਔਰ ਜਿਹੜੇ ਸਾਨੂੰ YouTube ਤੇ ਸੁਣ ਰਹੇ ਨੇ ਉਹ ਕਮੈਂਟਾਂ ਰਾਹੀਂ ਸਾਨੂੰ ਕਰੈਕਸ਼ਨ ਕਰਵਾ ਸਕਦੇ ਨੇ। ਤੇ ਮੈਂ ਇਸ ਵੇਲੇ ਰਿਕੁਐਸਟ ਕਰਾਂਗੀ ਸਾਡੇ ਨਾਲ ਜੁੜੇ ਹੋਏ ਭੈਣ ਜੀ ਸਿਮਰਨ ਕੌਰ ਜੀ ਨੂੰ, ਉਹ ਸ਼ਬਦ ਨੂੰ ਪੜ੍ਹਨਗੇ ਪਹਿਲਾਂ, ਫਿਰ ਉਹਦੇ ਬਾਅਦ ਵਿਆਖਿਆ ਅਸੀਂ ਰਲ ਮਿਲ ਕੇ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਫਤਿਹ। ਜੀ। वाहिगुरु जी का खालसा, वाहिगुरु जी की फतेह। ਫਤਿਹ जी ਜੀ। गौड़ी बैरागण एक ओंकार सतगुर प्रसाद। सतयुग सत तेता जगी, द्वापर पूजा चार, तीनों जुग तीनों दृढ़, कल केवल नाम पार कैसे पाए बोरे, मूसो को न कहे समझाए, जाते आवागमन बिलाए रहाओ। बहुविध धर्म निरूपिय, करता दिसै सब लोए, कवन कर्म ते छूटिय, जय साधे सब सिद्ध होए। कर्म अकर्म विचारिय, शंका सुन वेद पुराण, संसा सद हृदय बसै, कौन हिरै अभिमान। बाहर ओदक पखारिय, घट भीतर विविध विकार, शुद्ध कवन पर होएबो, सुच कुंचर विद व्यवहार। रव प्रगास रजनी जथा, गत जानत सब संसार, पारस मानो तांबो छूटे, कनक हेत नहीं बार। परम परस गुर भेटिय, पूरब लिखत लिलाट, उन मन 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 ही मिले, छुटकत बजर कपाट। भगत जुगत मत सत करी, भ्रम बंधन काट विकार। सोई बस रस मन मिले,
गुण निर्गुण एक विचार, अनिक जतन निग्रह किए, टारी न टरै भ्रम फांस। प्रेम भगत नहीं उपजै, जाता ते रविदास उदास। वाहिगुरु जी का खालसा, वाहिगुरु जी ਖਾਲਸਾ की ਵਾਹਿਗੁਰੂ फतेह। ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ। ਹਾਂ, ਬਹੁਤ ਬੜੀਆ ਜੀ। ਤੇ ਹੁਣ ਵਿਚਾਰ ਕਰਨ ਲਈ, ਵਿਆਖਿਆ ਕਰਨ ਲਈ ਕੌਣ ਗੁਰਬਚਨ ਸਿੰਘ ਵੀਰ ਜੀ ਤੁਸੀਂ ਕਰੋਗੇ ਵਿਆਖਿਆ? ਅਹ, हाँ जी, सॉरी मैं थोड़ा बिजी हाँ। मैं ਅੱਛਾ बिजी हाँ थोड़ा। ਠੀਕ ਹੈ ਵੀਰ ਜੀ, ਠੀਕ ਹੈ ਜੀ ਵੀਰ ਜੀ। ਹੋਰ ਕੋਈ ਵੀਰ ਜੀ ਕਰੋਗੇ ਵੀਰ ਜੀ ਤੁਸੀਂ ਵਿਆਖਿਆ, ਜਾਂ ਭੈਣ ਜੀ ਤੁਸੀਂ ਕਰੋਗੇ? ਜੇ ਸਿਮਰਨ ਭੈਣ ਜੀ ਕਰ ਦੇਣ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹਨਾਂ ਦੀ ਰੀਡਿੰਗ ਵੀ ਪ੍ਰੋਨਾਂਸੀਏਸ਼ਨ ਬੜੀ ਠੀਕ ਸੀਗੀ ਉਹਨਾਂ ਦੀ। ਮੈਨੂੰ ਇੱਕ ਜਗ੍ਹਾ ਤੇ ਭੁਲੇਖਾ ਲੱਗ ਗਿਆ ਸੀਗਾ, ਤੇ ਹਾਂ। ਜੇ ਸਿਮਰਨ ਭੈਣ ਜੀ ਕਰ ਦੇਣ ਤਾਂ ਜ਼ਿਆਦਾ ਅੱਛਾ। ਜੀ ਭੈਣ ਜੀ ਕਰੋਗੇ ਤੁਸੀਂ, ਸਿਮਰਨ ਕੌਰ ਭੈਣ ਜੀ? ठीक है, मुझे जैसा आता है करती हूँ। ਜੀ ਕਰੋ। तेता जगी द्वापर पूजा चार। थोड़ा ये बड़े कर सकते हैं वर्ड्स? ਜ਼ੂਮ आपकी स्क्रीन से ਜ਼ੂਮ ਹੋ ਜਾएंगे, नहीं तो ਜ਼ੂਮ ਹੋ हाँ हाँ ਜਾਣਗੇ ਵੀਰ ਜੀ, ਤੁਹਾਡੇ ਵੱਲੋਂ ਕਰ ਦਿਓ। ਨਹੀਂ, ਮੇਰੇ ਵੱਲੋਂ ਜੇ ਕਰਾਂਗਾ ਨਾ ਤਾਂ ਸਾਰੀ ਸਕਰੀਨ ਜਿਹੜੀ ਹਾਂ ਹਾਂ सतयुग सत तेता जगी, द्वापर पूजा चार। तीनों जुग बहन जी तीनों दृढ़े। सिमरन सिमरन कौर बहन जी, इसको ना लंबा कर दीजिए, लेटा दीजिए ना, फिर बड़े हो हाँ जा हो रहे हैं करिए, मेरे से। नहीं मैं कर रही हूँ। ठीक है, थैंक तीनों यू। जुग तीनों दृढ़े, कल केवल नाम आधार। पार कैसे पाए बोरे, वो सौ को न कहे समझाए। ये भगत रविदास ब्राह्मणों से बात कर रहे हैं इस शब्द में। वो उन ब्राह्मण जो बोलते हैं ना, सतयुग में सत्य प्रधान है, त्रेता में यज्ञ प्रधान है, और द्वापर में पूजाचार प्रधान है। तीनों युगों में तीनों ये दृढ़े हुए हैं, और कली में केवल नाम प्रधान है। तो वो पूछते हैं पार कैसे पाए बोरे, तुम ये सब जो बता रहे हो कि ये कर्म कांड नियम यज्ञ सब करते हैं, इन इन युगों में करते थे, पर पार कैसे पाया जाता है इनसे, इस हाँ। आवागमन से कैसे छूटा जाता है इन इन बातों से। जी क्योंकि सतयुग में सत्य का पालन करना, त्रेता में यज्ञ करना, द्वापर में पूजा करना अपने इष्ट की, और कलयुग में तो तुम बोल रहे हो कि नाम जपने से पार हो जाता है। पर मुझे कोई ये समझा के कहे इस बात को कि पार कैसे पाए बोरे, इन कर्म कांडों से पार कैसे पाया जाएगा, उस सत्य को कैसे खोजा जा सकता है, उस परमात्मा से कैसे मिला जा सकता है। जाते आवागमन बिलाए, जिससे आवागमन खत्म हो जाए, ऐसा ऐसे कैसे पार हुआ जा सकता है, कोई मुझे समझाए ये बात। फिर उसको ही और नीचे बता रहे हैं भगत, बहुविध धर्म निरूपीय, कर्ता दिसै सब सब लोए। बहुत तरह के धर्म, कर्म धर्म विधियां, कर्म कांड बहुत तरह के दिख रहे हैं, और हर एक प्राणी जगत में ये सब कर्म धर्म करता हुआ मुझे दिख रहा है। इस पंडित से बोल रहे हैं, मुझे दिख रहा है सब लोग कर रहे हैं, ऐसा नहीं है कि लोग नहीं कर रहे हैं, ये कर्म नहीं कर रहे हैं कुछ, वो उनको पता नहीं है वो सही कर्म है या नहीं, पर वो कर तो रहे हैं कर्म। पर उनको ये नहीं पता है कि कवन कर्म ते छूटी है, जय साधे सब सिद्ध हुए। उनको ये नहीं पता है कि किस कर्म से, कवन कर्म ते, कौन सा कर्म करने से मुक्ति मिलती है, आवागमन से छूटा जाता है, कौन सा ऐसा कर्म है जिसके साधने से सब सिद्ध हो जाएगा। क्योंकि इन कर्मों से मुझे नहीं लग रहा है कि जो जो हमको चाहिए वो हमें मिलेगा। कर्म अकर्म विचारी है। विचारिय, शंका सुन वेद पुराण। अगर हम वेदों और पुराणों की बात सुने और कर्म और अकर्म विचारिए, तो भी हमारे हृदय से वो शंका, वो अज्ञान, वो संशय, वो भ्रम नहीं जा रहे हैं। और फिर इन सब कर्म अकर्म के विचार करने से जो हौमे है, जो सबसे बड़ी रुकावट है आवागमन मिटाने की या सच सच को जानने की, वो कैसे छूटेगी हृदय से। कर्म कांडों से हौमे और बढ़ती है, छूटती नहीं है।
बाहर ओदक पखारिये घट भीतर विविध विकार। बाहर से अगर तुम शरीर को धोओगे कर्म कांड से, जैसे बोलते तीर्थों में स्नान करना, 2 समय नहाना, उसके बाद संध्या करनी, यज्ञ करने में भी बार बार नहाते हैं, तो उनसे अंदर के जो विकार है वो कैसे धुलेंगे तुम्हारे? सिर्फ बाहर से ही तुम्हारा शरीर साफ होगा ना, तुम्हारा मन कैसे साफ होगा ये सब करने से? शुद्ध कवन पर होए बो, सुच कुंचर विद व्यवहार। इससे तुम शुद्ध कैसे हो जाओगे? बाहर बाहर को धोने से तुम्हारा मन कैसे शुद्ध हो जाएगा? ये तो वैसे ही है जैसे कि हाथी पानी भर भर के अपने ऊपर डालता है, फिर उसके बाद उसके ऊपर मिट्टी डाल देता है। ये हाथी की विधि है नहाने की। पहले वो पानी सूंड में भर भर के अपने ऊपर डालता है, उसके बाद फिर वही रेती होती है वो उठा के अपने सिर पे डालता है। तो तुम भी बाहर से तो देह पखारते रहते हो अपनी, और अंदर तुम्हारे मन में तुम अहंकार हौमे भरते रहते हो कि मैं इतने कर्म किए, मैंने यज्ञ किए, मैंने पूजा पाठ किए, मेरा इष्ट ये है, मैं ऐसे पूजा करता हूँ, मैं एक धोती में करता हूँ, मैं चौका बनाता हूँ। ये सब तुम कर रहे हो तो ये वैसे ही है जैसे हाथी नहाने के बाद अपने ऊपर रेत डाल देता है। रवि प्रकाश रजनी जथा गत जानत सब संसार। जैसे रात रात का अंधेरापन, रवि प्रकाश रजनी, जैसे रवि सूर्य का प्रकाश चला जाए तो रजनी मीन्स रात हो जाती है, अंधेरा हो जाता है। ऐसे ही तुम्हारे अंदर में भी अज्ञान का अंधेरा भरा हुआ है, मुझे ऐसे लग रहा है। पारस मानो ताबो छुए कनक होत नहीं बार। क्योंकि अगर पारस तांबे को छू ले तो उसको तो सोना होने में 1 मिनट नहीं लगता है, थोड़ी भी देर नहीं लगती है। तो अगर तुम बोलते हो इन कर्म कांडों के करने से तुम्हारी मुक्ति हो जाती है, तुमको सत्य मिल जाता है, तो मुझे दिखाई नहीं दे रहा है। क्योंकि कनक छू जाए, पारस छू जाए तांबे को तो एक बार नहीं लगती, 1 सेकंड में वो लोहे से सोना हो जाता है। अगर रवि का प्रकाश हो तो रजनी उसी समय दूर हो जाएगी, अंधेरा उसी समय चला जाएगा। पर मुझे यहाँ कुछ ऐसा दिख नहीं रहा है। वो बोल रहे हैं ब्राह्मणों से, परम परस गुर भेटिए पूर्व लिखत लिलाट। ऐसा पारस गुरु मुझे ऐसे लग रहा है कि तब भेटता है जब पूरब के हमारे भाग्य जागे, हमारे लिलाट पे वो कुछ कर्म लिखे हो ऐसे, तभी हमें पारस जैसा गुरु मिलता है जिसके छूने से हम पवित्र हो जाते हैं। वो छूने से मन पवित्र होता है, शरीर नहीं। उन्मन मन ही मन मिले छुटकत बजर कपाट। उसके उसमें उन ऐसे गुरु से मिलने के बाद हमारे मन में जो ये गलत विचार है, जो हमारा मन अंधविश्वासों से भरमों से भरा हुआ है, वो उन्मन हो जाता है, वो उनसे ऊपर हो जाता है उस गुरु के मिलने से ही। और उसके बजर कपाट, जो जंग लगे हुए दरवाजे हैं, जैसे कोई दरवाजे होते हैं उनको खोलो तो खुलते नहीं है, बहुत सालों से बंद हो, वो आवाज करते हुए खुलते हैं और उनको बहुत जोर लगाना पड़ता है। ऐसे जो हमारे बजर कपाट हैं, जो अंधविश्वासों से भरमों से युगों युगों से भरे हुए हैं, वो ऐसे गुरु के मिलने से 1 मिनट में खुल जाते हैं। जुगत मत सत करी भ्रम बंधन काट विकार। उसकी उसकी बताई हुई युक्ति से, हमारी मति से भ्रम के सारे बंधन कट जाते हैं, विकार भी कट जाते हैं हमारे। सोई बस रस मन मिले गुण निर्गुण एक विचार। सोई बस रस मन मिले, उस गुरु से मिलने से हमारा मन गुण ज्ञान निर्गुण एक विचार, हमारे मन को गुण और अवगुण में फर्क करना पता चल जाता है ऐसा गुरु मिलने से, और हमारा मन फिर हमारे वश में आ जाता है। अनिक जतन निग्रह किए तारी न टरे भ्रम फास। नहीं, अगर गुरु नहीं मिला है तो अनिक जतन, ये जो ऊपर वाले सारे जतन है, ये सब करने के बाद भी वो भ्रम की फांसी टारे टरती नहीं है। प्रेम भगत नहीं उपजे, क्योंकि ये कर्म कांड करने से हमारे मन की हौमें बढ़ती जाती है, तो हमारे अंदर प्रेम नहीं उपजता है परमात्मा के लिए। तो ताते रविदास उदास, उससे रविदास को उदासी आ रही है, क्योंकि प्रेम के बिना कुछ भी प्राप्ति नहीं हो सकती है। चाहे हमको कितना भी ज्ञान मिल जाए, चाहे कुछ भी मिल जाए,
चाहे कितने भी वेद पढ़ लें, युगों युगों से हम पूजा पाठ यज्ञ कर लें, पर जब तक अंदर प्रेम नहीं है हम उससे नहीं मिल सकते हैं, उस सच को नहीं पा सकते हैं, आवागमन से नहीं छूट सकते। मुझे ऐसे ही लगा वीर जी, जितना पता था मुझे। वाहिगुरु जी का खालसा, वाहिगुरु जी। ਵਾਹਿਗੁਰੂ वाहिगुरु ਜੀ जी की ਕੀ फतेह। ਫਤਿਹ। धन्यवाद सिमरन कौर भैन जी। अर्थ बड़े सुखाले ਜਿਹੇ ਹੋ ਗਏ ਨੇ। ਫਿਰ ਵੀ ਅਗਰ ਕਿਸੇ ਵੀਰ ਭੈਣ ਨੇ ਕੋਈ ਸੰਸਾ ਰਹਿ ਗਿਆ ਹੋਵੇ ਜਾਂ ਕੋਈ ਆਪਣੇ ਵਿਵੇਕ ਦੀ ਸਾਂਝ ਪਾਉਣੀ ਹੋਵੇ, ਕੋਈ ਡਿਫਰੈਂਟ ਅਰਥ ਸਮਝ ਆ ਰਹੇ ਹੋਣ, ਤੇ ਜ਼ਰੂਰ ਤੁਸੀਂ ਗੱਲ ਕਰ ਸਕਦੇ ਹੋ ਜੀ ਇਸ ਵੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਭੈਣ ਜੀ ਨੇ ਬਹੁਤ ਵਧੀਆ ਵਿਆਖਿਆ ਕੀਤੀ ਆ, ਵੈਰੀ ਵੈਰੀ ਨਾਈਸ ਸਾਰਾ ਹੀ ਕੁਛ। ਜੀ ਹੋਰ ਕਿਸੇ ਵੀਰ ਭੈਣ ਨੇ ਕੋਈ ਗੱਲ ਕਰਨੀ ਹੋਵੇ ਤੇ ਜ਼ਰੂਰ ਕਰੋ ਜੀ। ਇੱਕ ਨਾ ਮੈਨੂੰ ਨਾ ਇੱਥੋਂ ਦੀ ਵੀਰ ਜੀ ਭੈਣ ਜੀ ਦੁਬਾਰਾ ਅਰਥ ਸਮਝਾਓ ਜਰਾ। अनिक जतन निग्रह किए, तारी न टरे ब्रह्म पास, प्रेम भगत नहीं उपजे, ताते रविदास उदास। ਇਹ ਲਾਈਨ ਦੀ ਦੁਬਾਰਾ ਇੱਕ ਵਾਰੀ ਵਿਆਖਿਆ ਕਰ ਦੋ। निग्रह का मतलब होता है रोकना, मन को निग्रह करना। अच्छा। अनेक जतन किए मैंने, ये सब योग, ये जो यज्ञ करके मैं, जो तुम लोग कर रहे हो ऐसे जतन मैंने भी बहुत किए हैं। भगत बोल रहे हैं, अनेक तरह से मैंने मन को निग्रह किया है, बहुत कर्म धर्म पाखंड किए, बहुत उपवास रखे, अपने मन को संयम से रोका मैंने, पर से उनसे निग्रह करने से वो फांस, मेरी जो भ्रम की फांस है वो टारी नहीं टर रही थी। कितना भी मैं कोशिश करूं वो नहीं जा रही थी। हम बोलते हैं ना, मैं टाले न टल रही है मेरे से। हाँ जी। तो मैंने बहुत कोशिश की, बहुत निग्रह किए, बहुत योग में बोलते हैं 8 तरह के साधन है मन को वश करने के, उसमें एक निग्रह भी है। अच्छा। निग्रह मीन्स मन जिस जिस विषय में जाए उसको वापस लेके आना। अच्छा। तो ऐसे निग्रह भी मैंने बहुत किए, ऐसे संयम बहुत किए मैंने। हाँ जी। और फिर भी वो भ्रम की फांस मेरे हृदय से नहीं गई। प्रेम भगत नहीं उपजे, ये निग्रह करने से प्रेम वाली भक्ति नहीं उपजी मेरे अंदर। उससे मैं उदास हो रहा हूँ। एक्चुअली वो उदास नहीं हो रहे हैं, वो ब्राह्मणों को ये बात समझाना चाह रहे हैं कि भाई तुम्हारे इन कर्मों से वो नहीं मिलता है। जब तक अंदर प्रेम ना हो, उसके लिए भक्ति ना हो जब तक, तब तक तुम्हारा ज्ञान भी कर्म भी अधूरे हैं, क्योंकि प्रेम के बिना वो नहीं मिलता है कभी भी। मुझे ऐसे लग रहा है। जी जी, धन्यवाद भैन जी। मतलब ब्रह्म फास ਉਹਨਾਂ ਕਰਮਾਂ ਨੂੰ ਕਿਹਾ ਗਿਆ ਜਿਹੜੇ ਉੱਤੇ ਉਹ ਸਾਰੇ ਕਹਿ ਕੇ ਆਏ ਨੇ। किसी भी तरह का भ्रम। जी जी जी, ठीक है। उस तो छुटन वास्ते मैनू तो प्रेम माया, नहीं। आप माया को भी भ्रम कह सकते हैं कि हम सच मानते हैं उसको। हाँ, हर तरह का भ्रम, भ्रम की फांस। फांस मीन्स कांटा चुभता रहता है, जो बार बार चुभता रहता है। तो छोटा सा पैर में कुछ चला जाता है, वो चुभता रहता है, निकलता नहीं। ਜਦੋਂ ਅਸੀਂ ਇਹੋ ਜਿਹੇ ਕੰਮ ਕਰਦੇ ਹਾਂ ਤੇ ਇਹ ਸਾਡਾ ਦਿਮਾਗ ਜਿਹੜਾ ਹੈ ਹਉਮੈ ਚ ਰਹਿੰਦਾ ਹੈ, ਕਿਉਂਕਿ ਹੰਕਾਰ ਇਸ ਗੱਲ ਦਾ ਆਂਦਾ ਹੈ ਕਿ ਮੈਂ ਤੇ ਕਰ ਰਿਹਾ ਪੂਜਾ, ਮੈਂ ਤੇ ਹਵਨ ਕਰ ਰਿਹਾ, ਅੰਤਰ ਚ ਹੰਕਾਰ ਉਪਜ ਜਾਂਦਾ ਹੈ ਨਾਲ ਹੀ, ਤੇ ਉਹ ਫਿਰ ਫਾਸ ਬਣ ਜਾਂਦਾ ਹੈ। कर्तापने का अहंकार। ਹਾਂਜੀ, कर्तापन का अहंकार। ਹਾਂਜੀ ਹਾਂਜੀ, ਤੇ ਉਹੀ ਫਾਸ बन जाता है फिर। फांस मीन्स जो पैर में कभी चुभ जाती है, वो पतली सी और सताती नहीं है, पर बार बार लगती रहती है, वो फांस, उसको फांस बोलते हैं। ਛਿਲਤਰ ਜਿਹੜੀ ਵੜ ਜਾਂਦੀ ਹੈ, ਉਹ ਨਿਕਲਦੀ ਵੀ ਨਹੀਂ ਹੈ, ਤੇ ਉਹ ਬੜੀ ਔਖੀ ਹੁੰਦੀ ਕੱਢਣੀ। ਠੀਕ, ਧੰਨਵਾਦ ਭੈਣ ਜੀ, ਕਲੀਅਰ ਹੋ ਗਿਆ। ਹੋਰ ਕਿਸੇ ਵੀ ਭੈਣ ਨੇ ਕੋਈ ਸਵਾਲ, ਕੋਈ ਗੱਲ ਕਰਨੀ ਹੋਵੇ ਤਾਂ ਜ਼ਰੂਰ ਕਰ ਲਓ ਜੀ, ਨਹੀਂ ਤੇ ਫਿਰ ਰਿਕਾਰਡਿੰਗ ਮੈਂ ਕਹਾਂਗੀ ਸਮਾਪਤ ਕਰ ਲਓ, ਜੇਕਰ ਨਹੀਂ ਕਰਨੀ ਤੇ। ਵੀ ਪਰਮਵੀਰ ਸਿੰਘ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਸਾਰਿਆਂ ਦੇ ਵੈਸੇ ਕੁਐਸਚਨ ਆ ਗਏ ਤੇ ਤੁਹਾਡਾ ਵੀ ਬੜਾ ਅੱਛਾ ਕੁਐਸਚਨ ਸੀਗਾ, ਮੈਨੂੰ ਬਹੁਤ ਸਹੀ। ਔਰ ਭੈਣ ਜੀ ਨੇ ਅੱਜ ਬਿਲਕੁਲ ਟੂ ਦੀ ਪੁਆਇੰਟ ਸ਼ਬਦ ਦੇ ਵਿੱਚ ਰਹਿ ਕੇ ਸਾਰੀ ਪ੍ਰੈਜੈਂਟੇਸ਼ਨ ਜਿਹੜੀ ਆਪਣੀ ਸਮਝ ਦਿੱਤੀ ਹੈ, ਔਰ ਸਾਰਿਆਂ ਨੂੰ ਪ੍ਰਵਾਨਿਤ ਹੋਈ ਹੈ। ਮੈਨੂੰ ਬਹੁਤ, ਮੈਂ ਭੈਣ ਜੀ ਦਾ ਬਹੁਤ ਥੈਂਕਸ ਕਰਦਾ। ਜਿਹੜੀ ਤੁਸੀਂ ਪੁਆਇੰਟ ਚੱਕਿਆ ਨਾ, ਉਹ ਵੀ ਬੜਾ ਇੰਪੋਰਟੈਂਟ ਹੈ। ਇਹ ਸਾਰੀ ਜਿੰਨੇ ਵੀ ਉੱਪਰ ਦੱਸੇ ਨੇ, ਇਹ ਸਾਰੇ ਭਰਮ ਫਾਸ ਹੀ ਹੈ ਕਿਤੇ ਨਾ ਕਿਤੇ। ਭੈਣ ਜੀ ਨੇ ਹੁਣ ਕਹਿਤਾ, ਉਹ ਵੀ ਬਹੁਤ ਅੱਛਾ ਵਰਡ ਉਹਨਾਂ ਨੇ ਯੂਜ਼ ਕੀਤਾ, ਜਿਹੜਾ ਕਰਤਾ ਭਾਵ ਹੈ ਵੀ ਮੈਂ ਕਰ ਰਿਹਾ ਹਾਂ। ਇਹ ਕਰਤਾ ਭਾਵ ਜਿਹੜਾ ਹੈ ਨਾ, ਇਹੀ ਭਰਮ ਹੈ, ਔਰ ਇਹੀ ਸਭ ਤੋਂ ਵੱਡੀ ਫਾਂਸ ਹੈ।
ਜੀ ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਟਾਈਮ ਤੇ ਜੁੜੇ, ਅੱਜ ਸਾਰੇ ਤੁਸੀਂ ਜੁੜੇ। ਸਾਡੇ ਜਿਹੜੇ ਠਹਿਰਾਓ ਅਸੀਂ ਲਗਾਉਂਦੇ ਆ ਉਹ ਵੀ ਸਾਰਿਆਂ ਦੀ ਇੱਕ ਦੂਜੇ ਦੀ ਹੈਲਪ ਲੈ ਕੇ, ਮਦਦ ਲੈ ਕੇ, ਇਹ ਵੀ ਬੜਾ ਇੰਪੋਰਟੈਂਟ ਕੰਮ ਹੈ ਜੀ ਜਿਹੜਾ ਅਸੀਂ ਠਹਿਰਾਓ ਲਗਾਉਣਾ ਨਾ, ਇਹ ਸਾਡੇ ਕੋਲ ਹਿਸਟਰੀ ਕ੍ਰੀਏਟ ਹੋ ਰਹੀ ਹੈ। ਔਰ ਕੁਝ ਸਾਡੇ ਕੋਲ ਜਿਹੜੇ ਠਹਿਰਾਓ ਨੇ ਉਹ ਅਸੀਂ ਰਿਕਾਰਡ ਕਰ ਰਹੇ ਹਾਂ, YouTube ਤੇ ਪਾ ਰਹੇ ਹਾਂ। ਤੇ ਮੈਂ ਸਾਰਿਆਂ ਨੂੰ, ਜਿੰਨੇ ਵੀ ਪਤਵੰਤੇ ਨੇ, ਜਿੰਨੇ ਵੀ ਸਾਰੇ ਸਾਡੇ ਕੋਲ ਇੰਟੈਲੈਕਚੁਅਲਸ ਹੈਗੇ ਨੇ, ਜਿਹਨੂੰ ਸਮਝ ਹੈ, ਅੱਜ ਅਸੀਂ ਰਲ ਮਿਲ ਕੇ ਕੀਤੇ ਨੇ। ਕੁਝ ਇੱਕ ਦੋ ਜਗ੍ਹਾ ਤੇ ਗਲਤ ਵੀ ਹੋ ਰਿਹਾ ਸੀ, ਪਰ ਨਾਲ ਦੇ ਨਾਲ ਹੀ ਉਹਦੇ ਅਰਥ ਵੀ ਸਮਝ ਆਉਣ ਲੱਗੇ ਫਿਰ। ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਕੰਮ ਹੈ, ਬਜਾਏ ਕਿ ਮੈਂ ਇਕੱਲਾ ਕਰਾਂ। ਸਾਰੇ ਜਦੋਂ ਅਸੀਂ ਰਲ ਮਿਲ ਕੇ ਕਰਦੇ ਹਾਂ ਤੇ ਹੋਰ ਥੋੜਾ ਜਿਹਾ ਕੰਮ ਦੇ ਵਿੱਚ ਨਿਖਾਰ ਆ ਜਾਂਦਾ ਹੈ। ਇੱਕ ਨਾ ਅੱਗੇ ਜਿਹੜਾ ਸਾਰਿਆਂ ਦਾ ਮੈਂ ਤਾਂ ਕਹਾਂਗਾ ਵੀ ਅਸੀਂ ਰਿਕਾਰਡਿੰਗ ਤੋਂ ਭਾਵੇਂ ਪਹਿਲਾਂ, ਰਿਕਾਰਡਿੰਗ 'ਚ ਨਾ ਸਹੀ, ਕਿਉਂਕਿ ਕਈ ਡਿਸਕਸ਼ਨਸ ਵੀ ਹੁੰਦੀਆਂ ਵਿੱਚ, ਠਹਿਰਾਓ ਜਿਹੜਾ ਹੈ, ਜਿੰਨੇ ਵੀ ਸਾਡੇ ਕੋਲ ਇੰਟੈਲੈਕਚੁਅਲ, ਜਿਹਨੂੰ ਅਸੀਂ ਐਜੂਕੇਟਿਡ ਕਹਿੰਦੇ ਹਾਂ, ਜਿਨ੍ਹਾਂ ਨੂੰ ਪ੍ਰੋਨੰਸੀਏਸ਼ਨ ਦਾ ਪਤਾ ਹੈ, ਜਿਨ੍ਹਾਂ ਨੂੰ ਸਿਆਰੀ ਬੈਰੀ ਦਾ ਪਤਾ ਹੈ, ਜਿਨ੍ਹਾਂ ਨੂੰ ਅਰਥ ਪਤਾ ਹੈ, ਉਹਨਾਂ ਦਾ ਲਾਭ ਇਸ ਕੰਮ ਦੇ ਵਿੱਚ ਜ਼ਰੂਰ ਚਾਹੀਦਾ ਸਾਨੂੰ। ਮੈਂ ਤਾਂ ਇਹ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਜਿੰਨੇ ਵੀ ਅਸੀਂ ਵੱਡੇ ਨੇ ਸਾਡੇ, ਉਹ ਸਾਡੇ ਨਾਲ ਟਾਈਮ ਤੇ ਜੁੜ ਜਾਇਆ ਕਰਨ, ਤਾਂ ਕਿ ਅਸੀਂ ਉਹਨਾਂ ਦੇ ਹੁੰਦਿਆਂ ਠਹਿਰਾਓ ਲਗਾ ਲਿਆ ਕਰੀਏ, ਤਾਂ ਕਿ ਅੱਗੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਹੋਰ ਬੈਨੀਫਿਟ ਹੋਵੇ। ਤੇ ਟਾਈਮ ਦੀ ਗੱਲ ਵਾਕਈ ਇੰਪੋਰਟੈਂਟ ਹੈ। ਔਰ ਅਸੀਂ ਚਾਹੁੰਦੇ ਹਾਂ, ਮੈਂ ਖਾਸ ਕਰ ਅਨਾਉਂਸਮੈਂਟ ਵੀ ਇਹੀ ਕੀਤੀ ਹੈ ਵੀ ਤੁਸੀਂ, ਤੁਹਾਡੇ ਜੈਸੇ ਭਰਾ ਸਾਡੇ ਕੋਲ ਜੁੜਨ ਨਾ, ਤੇ ਮੇਨ ਇੰਪੋਰਟੈਂਟ ਹੈਗਾ ਠਹਿਰਾਓ ਲਗਾਉਣ ਵੇਲੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ। ਉਹਦੇ ਵਾਸਤੇ, ਕਿਉਂਕਿ ਇਹ ਰਿਕਾਰਡ ਦੇ ਵਿੱਚ ਜਾ ਰਹੀ ਹੈ ਤੇ ਹਿਸਟਰੀ ਕ੍ਰੀਏਟ ਹੋ ਰਹੀ ਹੈ, ਠੀਕ ਹੈ ਨਾ, ਤੇ ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਨੂੰ ਸਾਥ ਚਾਹੀਦਾ ਹੈ। ਜੇ ਹੋਰ ਕਿਸੇ ਨੇ ਸ਼ਬਦ ਦੇ ਰਿਗਾਰਡਿੰਗ ਕੋਈ ਗੱਲ ਕਰਨੀ ਹੈ, ਸ਼ਬਦ ਦੇ ਵਿੱਚ ਰਹਿ ਕੇ, ਤੇ ਆਪਾਂ ਜ਼ਰੂਰ ਕਰ ਸਕਦੇ ਹਾਂ। ਸੋ ਸਾਰੇ ਵੀਰ ਭੈਣ ਜਿੰਨੇ ਜੁੜੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਫਿਰ ਤੋਂ ਇੱਕ ਵਾਰ ਉਹੀ ਬੇਨਤੀ ਵੀ ਤੁਸੀਂ YouTube ਨੂੰ ਵੱਧੋ ਵੱਧ ਸ਼ੇਅਰ ਜ਼ਰੂਰ ਕਰਦੇ ਰਹੋ। ਜਿਵੇਂ ਮੇਰੇ ਵੱਡੇ ਵੀਰ ਪਾਲ ਸਿੰਘ ਜੀ ਨੇ ਕਿਹਾ ਵੀ ਮੈਂ 200-300 ਬੰਦਿਆਂ ਨੂੰ WhatsApp ਕੀਤੇ ਨੇ, ਤੇ ਤੁਸੀਂ ਜ਼ਰੂਰ ਸ਼ੇਅਰ ਕਰੋ। ਉਹਦਾ ਤੁਸੀਂ ਸ਼ੇਅਰ ਕਰਦੇ ਰਹੋ, ਹਫ਼ਤੇ 'ਚ 2 ਵਾਰ ਜ਼ਰੂਰ ਸ਼ੇਅਰ ਕਰਦਿਆ ਕਰੋ, ਤਾਂ ਕਿ ਜਿਹੜਾ ਸਾਡਾ ਟੀਚਾ ਉਹ ਥੋੜਾ ਜਿਹਾ ਹੋਰ ਨੇੜੇ ਹੋ ਜਾਏ। ਤੇ ਮੈਂ ਸਾਰਿਆਂ ਨੂੰ ਐਪਰੀਸ਼ੀਏਟ ਕਰਦਾ, ਧੰਨਵਾਦ ਕਰਦਾ ਵੀ ਪਿਛਲੇ 20-25 ਦਿਨਾਂ 'ਚ ਕਾਫੀ ਜ਼ਿਆਦਾ ਸਾਡੇ ਕੋਲ ਸਬਸਕ੍ਰਾਈਬਰਸ ਵੱਧ ਗਏ ਨੇ। ਸਾਰਿਆਂ ਦਾ ਧੰਨਵਾਦ, ਕਿਉਂਕਿ ਇਹ ਕੰਟੀਨਿਊਸ ਐਫਰਟਸ ਹੈ, ਇਹ ਸਾਨੂੰ ਕਰਦੇ ਰਹਿਣੇ ਪੈਣਗੇ, ਕਿਉਂਕਿ ਹਰ ਬੰਦਾ ਹਰ ਵੇਲੇ ਮੋਬਾਈਲ ਤੇ ਨਹੀਂ ਬੈਠਾ ਹੁੰਦਾ, ਤੇ ਕਈ ਵਾਰੀ ਉਹ ਸਕਰੋਲਿੰਗ ਦੇ ਵਿੱਚ ਸੁਨੇਹਾ ਇੰਨੀ ਉੱਪਰ ਚੜ ਜਾਂਦਾ, ਤੇ ਸਾਨੂੰ ਪਤਾ ਹੈ ਸਾਡੇ ਸਾਰਿਆਂ ਦੀ ਪ੍ਰਵਿਰਤੀ, ਜਿਹੜਾ ਸਾਹਮਣੇ ਆ ਗਿਆ ਉਹਨੂੰ ਦੇਖ ਲਿਆ। ਸੋ ਇਸ ਕਰਕੇ, ਜਿਵੇਂ ਇੱਕ ਐਗਜ਼ਾਮਪਲ ਵੀ ਦਿੱਤਾ ਸੀ, ਇੱਕ ਵੀਰ ਸਾਡੇ ਕੋਲ 5 ਮਹੀਨੇ ਸਾਡਾ ਜ਼ੂਮ ਲਿੰਕ ਉਹਦੇ ਕੋਲ ਜਾਂਦਾ ਰਿਹਾ, 5 ਮਹੀਨੇ ਬਾਅਦ ਉਹ ਕਹਿੰਦਾ ਯਾਰ ਚੱਲ ਮੈਂ ਇੱਕ ਵਾਰੀ ਜਾ ਕੇ ਦੇਖਦਾ। ਆਇਆ, ਉਹਨਾਂ ਨੇ ਬਹੁਤ ਅੱਛਾ ਲੱਗਿਆ, ਉਹ ਪੁਣੇ ਤੋਂ ਸੀਗੇ, ਬਹੁਤ ਵਧੀਆ ਲੱਗਿਆ ਉਹਨਾਂ ਨੂੰ, ਤੇ ਫਿਰ ਕਹਿੰਦੇ ਵੀ ਮੈਂ ਹੁਣ ਆ ਤਾਂ ਨਹੀਂ ਸਕਦਾ ਕਿਉਂਕਿ ਮੇਰਾ ਟਾਈਮ ਨਹੀਂ ਮੈਚ ਕਰਦਾ, ਪਰ ਮੈਂ ਤੁਹਾਨੂੰ YouTube ਤੇ ਸੁਣ ਲਿਆ ਕਰਾਂਗਾ। ਸੋ ਦਿਸ ਇਜ਼ ਹਾਊ ਵੀ ਵਰਕ। ਮੈਨੂੰ ਮੀਡੀਆ ਦੀ ਕੁਝ ਸਮਝ ਹੈ, ਕੁਝ ਨੌਲੇਜ ਹੈਗੀ ਹੈ, ਇਸ ਕਰਕੇ ਮੈਂ ਇਹ ਸਾਰੀਆਂ ਚੀਜ਼ਾਂ, ਕਈ ਵੀਰ ਸਾਡੇ ਇਹ ਸੋਚਦੇ ਬਾਰ-ਬਾਰ ਬੋਲਦਾ, ਇਹ ਬੋਲਣਾ ਪੈਂਦਾ, ਤੇ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰਦਾ ਕਾਈਂਡਲੀ ਇਸ ਗੱਲ ਤੇ ਥੋੜੀ ਜਿਹੀ ਤਵੱਜੋ ਦੇ ਕੇ, ਧਿਆਨ ਦੇ ਕੇ, ਤੇ ਜਿਹੜੇ ਸਾਨੂੰ ਐਫਰਟਸ ਕਰ ਰਹੇ ਨੇ, ਫਿਰ ਤੋਂ ਉਹਨਾਂ ਦਾ ਧੰਨਵਾਦ।